रिफ्लैक्शन ऑफ वेव्स आपां डिफाइन करिए तो रिफ्लैक्शन ऑफ वेव्स असीं किहनूं कहने पे, जिदा आपां लाइट दे अंदर फिनोमेना लैके चलदे आ कि भी लाइट गेट रिफ्लैक्टेड फ्रॉम द कहना जी शाइनी सरफेस, है ना। ते लाइट इज आल्सो कंसिडर्ड एज वन ऑफ द वेव। लाइट मेरी ट्रांसवर्स वेव आ, साउंड मेरी लॉन्गिट्यूडनल वेव आ। ते वेव कोई भी होवे, ਅਸੀਂ ਕਹਿੰਦੇ ਜੀ हर वेव ਦੀ ਇਹ प्रॉपर्टी आ कि ਉਹ ਕਿਸੇ ਐਸ ਸੱਚ ਰਿਫਲੈਕਟਰ ਤੋਂ ਰਿਫਲੈਕਟ ਹੋ ਸਕਦੀ ਆ। बेशक वो मेरे को साउंड वेव आ, बेशक वो मेरे को लाइट वेव आ, या जनरल मेरे को ऐसा कोई भी लॉन्गिट्यूडनल या कोई भी मेरे को ट्रांसवर्स वेव आ। जेडी मर्जी वेव होवे, दैट वेव ऑलवेज हैव द एबिलिटी टू गेट रिफ्लेक्टेड फ्रॉम अ गिवन सरफेस। सो उन्हें ऐसे तौर को ये शो ऑफ किया कि जे मेरे को ऐसा कोई एक प्लेन सरफेस आ या मेरे को कोई एक कनकेव सरफेस आ, ਜਦੋਂ ਉਹਦੇ ਤੇ ਕੋਈ ਵੇਵ ਇਨਸੀਡੈਂਟ ਕਰਦੀ ਆ ਤਾਂ ਅਸੀਂ ਕਹਿੰਦੇ ਜੀ ਉਹ ਸਰਫੇਸ ਤੋਂ ਵੇਵ ਰਿਫਲੈਕਟ ਕਰਦੀ ਆ। ਔਰ ਜਦੋਂ ਉਹ ਵੇਵ ਕਿਸੇ ਸਰਫੇਸ ਤੋਂ ਰਿਫਲੈਕਟ ਕਰਦੀ, ਇਟ ਮਸਟ ਓਬੇ ਦਾ ਲਾਜ਼ ਆਫ ਰਿਫਲੈਕਸ਼ਨ। ਕੋਈ ਬੋਲੇਗਾ ਲਾਜ਼ ਆਫ ਰਿਫਲੈਕਸ਼ਨ ਕੀ ਸੀਗੇ? एंगल ऑफ इंसिडेंस इज इक्वल टू एंगल ऑफ रिफ्लेक्शन। बिल्कुल ठीक है। एंगल ऑफ इंसिडेंस ऑलवेज इक्वल टू एंगल ऑफ रिफ्लैक्शन। ਇਹ ਕੱਲਾ ਲਾਈਟਲੀ ਐਪਲੀਕੇਬਲ ਨਹੀਂ ਹੈਗਾ। ਕਹਿੰਦਾ ਜਿਹੜੀ ਮਰਜ਼ੀ ਟਾਈਪ ਦੀ ਵੇਵ ਹੋਵੇ, ਅਸੀਂ ਕਹਿੰਦੇ ਹਰ ਟਾਈਪ ਦੀ ਵੇਵ ਲਈ ਇਹ ਲਾਅ ਐਪਲੀਕੇਬਲ ਆ। ਆ ਮੇਰੇ ਕੋਲ ਕੋਈ ਇੱਕ ਫਲੈਟ ਸਰਫੇਸ ਆ ਜੇ, ਠੀਕ ਹੈ, ਆ ਮੇਰੇ ਕੋਲ ਕੋਈ ਇੱਕ ਫਲੈਟ ਸਰਫੇਸ ਆ ਜੇ। ਫਲੈਟ ਸਰਫੇਸ ਮੇਰੇ ਕੋਲ ਐਸ ਸੱਚ ਕਹਿੰਦਾ ਜੀ ਜਿਹੜੀ ਲੈ ਰਿਹਾ ਉਹ ਸ਼ਾਈਨੀ ਸਰਫੇਸ ਹੋ ਸਕਦੀ ਲਾਈਟ ਵਾਲੇ ਕੇਸ ਚ। ਜਨਰਲ ਮੇਰੇ ਕੋਲ ਸਾਊਂਡ ਰਿਫਲੈਕਟਰ ਹੋ ਸਕਦਾ ਕਹਿੰਦਾ ਜੀ ਫਲੈਟ ਸਰਫੇਸ ਦੀ ਫਾਰਮ। ਇੱਥੇ ਜਦੋਂ ਵੀ ਅਸੀਂ ਕਹਿੰਦੇ ਜੀ ਕੋਈ ਵੇਵ ਇਨਸੀਡੈਂਟ ਕਰਦੀ ਆ ਤੇ ਉਹ ਵੇਵ ਆਪਣੇ ਪਾਥ ਤੋਂ ਰਿਫਲੈਕਟ ਕਰ ਜਾਂਦੀ, ਠੀਕ ਹੈ। ਜਦੋਂ ਉਹ ਰਿਫਲੈਕਟ ਕਰਦੀ ਅਸੀਂ ਕਹਿੰਦੇ ਜੀ ਉਦੋਂ ਉਹਦਾ ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਰਿਫਲੈਕਸ਼ਨ ਉਹਦਾ ਆਪਸ ਇਕੁਅਲ ਆ। ਦੂਜਾ ਅਸੀਂ ਇਹਦੇ ਅੰਦਰ ਕੰਡੀਸ਼ਨ ਇਹ ਕਹਿੰਦੇ ਹੁੰਦੇ ਸੀਗੇ, ਦੂਜੀ ਆਪਾਂ ਕੰਡੀਸ਼ਨ ਇਹਦੇ ਚ ਇਹ ਕਹਿ ਦਿੰਦੇ ਸੀਗੇ ਕਿ ਵੀ ਜਿਹੜਾ ਮੇਰੇ ਕੋਲ ਇਨਸੀਡੈਂਟ ਰੇ ਆ, ਰਿਫਲੈਕਟਡ ਰੇ ਆ ਐਂਡ ਦਾ ਕਹਿੰਦਾ ਜੀ ਨਾਰਮਲ ਐਟ ਦਾ ਪੁਆਇੰਟ ਆਫ ਇਨਸੀਡੈਂਸ, ਹੈ ਨਾ। ਇਹ ਸਾਰੇ ਦੇ ਸਾਰੇ ਜਿਹੜੇ ਨੇ ਦੇ ਆਲ ਲਾਈ ਇਨ ਸੇਮ ਪਲੇਨ। मतलब मैं इंसीडेंट रे दे किसी भी पॉइंट दे कोआर्डिनेट लिखने होन, रिफ्लेक्टेड रे दे किसी भी पॉइंट दे कोआर्डिनेट लिखने होन, नॉर्मल रे दे किसी भी पॉइंट दे कोआर्डिनेट लिखने होन, ये सारे दे सारे इको प्लेन च कहंदा जी पॉइंट लाई करदे आ। जे ए एक्स वाई प्लेन च इहदे कोआर्डिनेट आ ए बी ये सारे एक्स वाई प्लेन च लाई करोगे। ये मेरा सेकंड लॉ ऑफ रिफ्लेक्शन आ जांदा। इन्ना क्लियर आ? यस सर। ਉਹਨੇ ਇਹਦੇ ਕੋਰਸਪੋਂਡਿੰਗ ਇੱਕ ਐਗਜ਼ਾਮਪਲ ਆਪਾਂ ਨੂੰ ਦਿੱਤੀ ਬੇਟਾ। ਉਹ ਕਹਿੰਦਾ ਜੀ ਜੇ ਮੰਨ ਲਓ ਤੁਹਾਡੇ ਕੋਲ ਆ ਕੋਈ ਇੱਕ ਸਾਊਂਡ ਰਿਫਲੈਕਟਰ ਹੈਗਾ ਔਰ ਇੱਥੇ ਅਸੀਂ ਸ਼ੋ ਕਰ ਦਿੰਦੇ ਕਿ ਵੀ ਆ ਮੰਨ ਲਓ ਮੇਰੇ ਕੋਲ ਕੋਈ ਇੱਕ ਵਾਲ ਆ ਗਈ, ਇਸ ਵਾਲ ਦੇ ਇਸ ਸਾਈਡ ਦੇ ਉੱਤੇ ਜੇ ਮੰਨ ਲਓ ਮੇਰੇ ਕੋਲ ਕੋਈ ਸਾਊਂਡ ਦਾ ਸੋਰਸ ਆ, ਜਿੱਦਾਂ ਆਪਾਂ ਕਿੰਨੇ ਮੰਨ ਲਓ ਇੱਥੇ ਕੋਈ ਘੜੀ ਰੱਖੀ ਹੋਈ ਆ ਤੁਸੀਂ, ਠੀਕ ਹੈ। ਇੱਥੇ ਮੇਰੇ ਕੋਲ ਕੋਈ ਐਸਾ ਜੀ ਕਹਿੰਦਾ ਜੀ ਘੜੀ ਪਈ ਆ ਤੇ ਜਦੋਂ ਇਹਦੇ ਤੋਂ ਸਾਊਂਡ ਵੇਵ ਇਹਨੇ ਅਮਿਟ ਕਰਨੀ, ਇਹਦੀ ਟਿਕ ਟਿਕ ਸਾਊਂਡ ਜਿਹੜੀ ਆ ਜਦੋਂ ਇਹ ਅਮਿਟ ਕਰਦਾ ਤੇ ਉਹ ਸਾਊਂਡ ਵੇਵ ਜੇ ਮੈਨੂੰ ਐਸ ਸੱਚ ਦੂਜੇ ਬੈਠੇ ਕਮਰੇ ਦੇ ਵਿੱਚ ਸੁਣਦੀ ਆ ਤੇ ਇਹਦਾ ਮਤਲਬ ਉਹ ਕਹਿੰਦਾ ਜੀ ਇਸ ਐਂਡ ਤੇ ਕਿੱਧਰ ਨੂੰ ਆਏਗੀ। ਤੇ ਬੇਟਾ ਆਪਾਂ ਨੂੰ ਡਿਫਾਈਨ ਕਰਦੇ ਕਿ ਜਿਹੜੀਆਂ ਸਾਊਂਡ ਵੇਵ ਇਸ ਇਨਸਟੈਂਟ ਤੇ ਇੱਥੇ ਇਨਸੀਡੈਂਟ ਕਰਨੀਆਂ, ਜਿਹੜੀਆਂ ਸਾਊਂਡ ਵੇਵ ਇਸ ਸੋਰਸ ਨੇ ਅਮਿਟ ਕੀਤੀਆਂ, ਉਹ ਸਾਊਂਡ ਵੇਵ ਜਦੋਂ ਐਸ ਸੱਚ ਇਹਦੇ ਤੇ ਇਨਸੀਡੈਂਟ ਕਰਦੀਆਂ, ਜੇ ਮੈਂ ਇੱਕ ਕੋਈ ਕਹਿੰਦਾ ਜੀ ਐਸ ਸੱਚ ਇਸ ਐਂਡ ਦੇ ਉੱਤੇ ਇੱਕ ਇਧਰਲੇ ਪਾਸੇ ਅਸੀਂ ਦਿਖਾ ਦਈਏ ਕਿ ਕੋਈ ਪਾਈਪ ਰੱਖ ਕੇ, ਕਹਿੰਦਾ ਮੰਨ ਲਓ ਮੇਰੇ ਕੋਲ ਕੋਈ ਐਸ ਸੱਚ ਇੱਕ ਸਾਊਂਡ ਪਾਈਪ ਆਪਾਂ ਕੋਈ ਵੀ ਇੱਕ ਇੱਧਰ ਪਾਈਪ ਰੱਖ ਕੇ, ਜੇ ਪਾਈਪ ਦੇ ਦੂਜੇ ਪਾਸੇ ਤੁਸੀਂ ਐਸ ਸੱਚ ਇੱਥੇ ਕਹਿੰਦਾ ਜੀ ਆਪਣਾ ਐਸ ਸੱਚ ਕੰਨ ਲਗਾਉਂਦੇ ਹੋ, ਆਪਾਂ ਕਹਿੰਦੇ ਜੀ ਮੇਰੇ ਕੋਲ ਐਸ ਸੱਚ ਮੈਂ ਇਸ ਸਾਈਡ ਤੇ ਆਪਣਾ ਕੰਨ ਲਗਾਣਾ ਔਰ ਜੇ ਮੈਂ ਇੱਕ ਪਾਰਟਿਕੂਲਰ ਐਂਗਲ ਤੇ ਟਿਊਬ ਨੂੰ ਹਿਲਾ ਕੇ ਸੈੱਟ ਕਰਾਂ ਤੇ ਵੀ ਅਬਜ਼ਰਵ ਕਿ ਇੱਕ ਪੁਆਇੰਟ ਦੇ ਉੱਤੇ ਮੈਨੂੰ ਸਾਊਂਡ ਜਿਹੜੀ ਆ ਉਹ ਐਸ ਸੱਚ ਐਗਜ਼ੈਕਟ ਕਲੀਅਰ ਸਾਊਂਡ ਰਿਸੀਵ ਹੁੰਦੀ ਪਈ ਆ। ਤੇ ਇਹਦਾ ਮਤਲਬ ਆ ਉਸ ਮੂਵਮੈਂਟ ਤੇ ਇਧਰੋਂ ਐਂਗਲ ਆਫ ਇਨਸੀਡੈਂਸ ਆਫ ਸਾਊਂਡ ਤੇ ਇਧਰੋਂ ਐਂਗਲ ਆਫ ਰਿਫਲੈਕਸ਼ਨ ਜਿਹੜਾ ਹੋਏਗਾ ਸਾਊਂਡ ਦਾ, ਠੀਕ ਹੈ। ਇਹ ਦੋਨੋਂ ਦੇ ਦੋਨੋਂ ਜਦੋਂ ਇਕੁਅਲ ਐਂਗਲ ਬਣਦੇ ਹੋਣਗੇ ਉਸ ਪੁਆਇੰਟ ਦੇ ਉੱਤੇ ਮੈਨੂੰ ਐਗਜ਼ੈਕਟ ਇਧਰੋਂ ਸਾਊਂਡ ਵੇਵ ਜਿਹੜੀ ਆ ਉਹ ਮੇਰੇ ਏਅਰ ਤੱਕ ਕਹਿੰਦਾ ਜੀ ਰਿਸੀਵ ਹੁੰਦੀ ਹੋਏਗੀ। ਇਹਦਾ ਮਤਲਬ ਫਿਰ ਇਸ ਸਾਊਂਡ ਰਿਫਲੈਕਟਰ ਨੇ ਸਾਊਂਡ ਵੇਵ ਨੂੰ ਐਸ ਸੱਚ ਕਹਿੰਦਾ ਜੀ ਇੱਕ ਪਾਰਟਿਕੂਲਰ ਐਂਗਲ ਤੇ ਰਿਫਲੈਕਟ ਕੀਤਾ ਤੇ ਜਦੋਂ ਉਹਨੇ ਪਾਰਟਿਕੂਲਰ ਐਂਗਲ ਤੇ ਇਹਨੂੰ ਰਿਫਲੈਕਟ ਕੀਤਾ, ਜੇ ਉਹਨੇ ਹੀ ਪਾਰਟਿਕੂਲਰ ਐਂਗਲ ਤੇ ਤੁਸੀਂ ਆਪਣੇ ਏਅਰ ਨੂੰ ਕਹਿੰਦਾ ਜੀ ਫਿਕਸ ਕਰਦੇ ਹੋ, है ना, ਤੇ ਉਸ ਇਨਸਟੈਂਟ ਤੇ ਤੁਹਾਨੂੰ ਸਾਊਂਡ ਵੇਵ ਦੂਜੇ ਐਂਡ ਤੇ ਰਿਸੀਵ ਹੁੰਦੀਆਂ ਪਈਆਂ, which shows ਕਿ ਸਾਊਂਡ ਗੈਟ ਰਿਫਲੈਕਟਡ ਫਰਮ ਸਰਟਨ ਕਹਿੰਦਾ ਜੀ ਸਰਫੇਸਿਸ।
ਇਹਦਾ ਮਤਲਬ ਇਸ ਸਰਫੇਸ ਤੋਂ ਸਾਊਂਡ ਰਿਫਲੈਕਟ ਹੋ ਕੇ ਮੇਰੇ ਕੋਲ ਕਹਿੰਦਾ ਜੀ ਇਸ ਐਂਡ ਦੇ ਉੱਤੇ ਰਿਸੀਵ ਹੁੰਦੀ ਪਈ ਆ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. Yes, sir. ਉਹਨੇ ਇੱਕ ਪਹਿਲੋਂ ਜਨਰਲ ਤੁਹਾਨੂੰ ਫਿਗਰ ਦੇ ਦੇਣੀ ਆ, ਇੱਕ ਉਹਨੇ ਉਹਦੀ ਐਗਜ਼ਾਮਪਲ ਦੇ ਦਿੱਤੀ, ਠੀਕ ਹੈ। ਇਹ ਆਪਾਂ ਪਲੇਨ ਸਰਫੇਸ ਲਈ ਦੱਸਿਆ। ਇਦਾਂ ਹੀ ਆਪਣੇ ਕੋਲ ਸੇਮ ਜਿਹੜਾ ਵਾ ਉਹ ਐਸ ਸੱਚ ਕਹਿੰਦਾ ਜੀ ਕਨਕੇਵ ਜਾਂ ਕੋਈ ਵੀ ਹੋਰ ਸਫੈਰਿਕਲ ਸਰਫੇਸ ਆ ਜੇ, ਕਨਕੇਵ ਕਨਵੈਕਸ ਉਹਦੇ ਲਈ ਆ ਜਾਂਦਾ। ਜਿੱਦਾਂ ਹੁਣ ਆਪਾਂ ਇੱਥੇ ਸਫੈਰਿਕਲ ਸਰਫੇਸ ਜੇ ਕਨਕੇਵ ਲੈ ਕੇ ਚੱਲੀਏ ਤੇ ਆਪਾਂ ਕਨਕੇਵ ਸਰਫੇਸ ਲਈ ਇਹ ਪ੍ਰੋਪਰਟੀ ਲਗਾਉਣੀ ਕਿ ਕਨਕੇਵ ਸਰਫੇਸ ਤੇ, ਠੀਕ ਹੈ, ਜਦੋਂ ਇਨਫਿਨਿਟੀ ਤੋਂ ਰੇਜ਼ ਆ ਕੇ ਸਟ੍ਰਾਈਕ ਕਰਦੀਆਂ ਤੇ ਸਾਰੀਆਂ ਰੇਜ਼ ਜਿਹੜੀਆਂ ਨੇ ਦੇ ਸ਼ੁੱਡ ਕਨਵਰਜ ਐਟ ਵਨ ਪੁਆਇੰਟ, ਤੇ ਜਿਹੜੇ ਪੁਆਇੰਟ ਤੇ ਇਹ ਰੇ ਕਨਵਰਜ ਹੁੰਦੀਆਂ ਉਸ ਪੁਆਇੰਟ ਨੂੰ ਅਸੀਂ ਫੋਕਸ ਕਹਿੰਦੇ ਆ ਜੀ। Yes, sir. Yes, sir. ਇਹਦਾ Yes, sir. ਸਾਊਂਡ ਰੇਜ਼ ਮੇਰੇ ਕੋਲ ਫੋਕਸ ਦੇ ਉੱਤੇ ਫਿਕਸ ਆ, ਠੀਕ ਹੈ। ਇਹਦਾ ਹੀ ਪੁੱਠਾ ਬੋਲ ਦਵਾਂ, ਜੇ ਫੋਕਸ ਤੇ ਆਬਜੈਕਟ ਪਿਆ ਤੇ ਉਹਦੇ ਤੋਂ ਇਨਸੀਡੈਂਟ ਰੇ ਕਿਸੇ ਸਰਫੇਸ ਤੇ ਹਿੱਟ ਕਰਦੀਆਂ ਤੇ ਬਾਅਦ ਚੋਂ ਇਹ ਪੈਰਲਲ ਬੀਮ ਬਣ ਜਾਂਦੀ। ਇਹੀ ਪ੍ਰੋਪਰਟੀ ਨੂੰ ਯੂਜ਼ ਕਰਕੇ ਉਹਨੇ ਇੱਕ ਐਗਜ਼ਾਮਪਲ ਇਹਦਾ ਬਣਾ ਲਈ ਕਿ ਜੇ ਇੱਕ ਸਾਊਂਡ ਰਿਫਲੈਕਟਰ ਮੇਰਾ ਆ ਲੱਗਾ ਹੋਵੇ ਔਰ ਇੱਕ ਸਾਊਂਡ ਰਿਫਲੈਕਟਰ ਮੇਰਾ ਮੰਨ ਲਓ ਇਸ ਐਂਡ ਦੇ ਉੱਤੇ ਹੋਵੇ, ਤੇ ਪਹਿਲੇ ਰਿਫਲੈਕਟਰ ਦੇ ਫੋਕਸ ਦੇ ਉੱਤੇ ਜੇ ਮੈਂ ਇੱਕ ਐਸਾ ਚ ਕਹਿੰਦਾ ਜੀ ਇਹ ਕਲੌਕ ਰੱਖ ਦਵਾਂ, ਠੀਕ ਹੈ, ਪਹਿਲੇ ਐਸਾ ਚ ਕਹ ਲਓ ਜੀ ਇਹਦੇ ਫੋਕਸ ਦੇ ਉੱਤੇ ਅਸੀਂ ਕਿੱਥੇ ਕੋਈ ਕਲੌਕ ਰੱਖ ਦਿੱਤੀ, ਇਹਨੇ ਜਦੋਂ ਸਾਊਂਡ ਵੇਵ ਅਮਿਟ ਕਰਨੀਆਂ, ਇਸ ਸਾਊਂਡ ਸੋਰਸ ਨੇ ਜਦੋਂ ਸਾਊਂਡ ਵੇਵ ਅਮਿਟ ਕੀਤੀਆਂ, ਠੀਕ ਹੈ ਜੀ, ਦੋ ਸਾਊਂਡ ਵੇਵ ਦੇ ਹਿੱਟ ਆਉਂਦਾ ਕਹਿੰਦਾ ਜੀ ਸਫੈਰਿਕਲ ਸਰਫੇਸ, ਔਰ ਜਦੋਂ ਇਹ ਸਫੈਰਿਕਲ ਸਰਫੇਸ ਤੇ ਹਿੱਟ ਕਰਦੀਆਂ ਤੇ ਇਸ ਮੂਵਮੈਂਟ ਤੇ ਇਤੋਂ ਇਹ ਪੈਰਲਲ ਬੀਮ ਬਣ ਕੇ ਕਹਿੰਦਾ ਜੀ ਇਸ ਰਿਫਲੈਕਟਰ ਵੱਲ ਚਲੇ ਗਈਆਂ, ਠੀਕ ਹੈ। ਤੇ ਜੇ ਪੈਰਲਲ ਬੀਮ ਬਣ ਕੇ ਦੂਜੇ ਰਿਫਲੈਕਟਰ ਵੱਲ ਗਈਆਂ ਤੇ ਜਦੋਂ ਇਸ ਰਿਫਲੈਕਟਰ ਦੇ ਉੱਤੇ ਪੈਰਲਲ ਬੀਮ ਇਨਸੀਡੈਂਟ ਕਰਦੀ ਤੇ ਵੀ ਮਸਟ ਨੋ ਕਿ these incident ray they must be reflected and ਕਹਿੰਦਾ ਜੀ converge at the focus। ਇਹਦਾ ਮਤਲਬ ਇਹਨਾਂ ਨੇ ਇਸ ਪੁਆਇੰਟ ਤੋਂ ਇੱਕ ਫੋਕਸ ਦੇ ਉੱਤੇ ਕਹਿੰਦਾ ਜੀ ਕਨਵਰਜ ਕਰਨਾ ਹੈ ਨਾ। ਤੇ ਜੇ ਮੰਨ ਲਓ ਤੁਸੀਂ ਇਹਦੇ ਆ ਐਂਡ ਦੇ ਉੱਤੇ ਮੈਂ ਇੱਥੇ ਇੱਕ ਕਹਿੰਦਾ ਜੀ ਕੋਈ ਟਿਊਬ ਲਾਈ ਹੋਵੇ, ਠੀਕ ਹੈ, ਤੇ ਉਸ ਟਿਊਬ ਦੇ ਥਰੂ ਇਹ ਸਿਗਨਲ ਜਿਹੜੇ ਨੇ, ਠੀਕ ਹੈ, ਐਸ ਚ ਮੇਰੇ ਕਹਿੰਦਾ ਜੀ ਇਸ 에ਅਰ ਤੱਕ ਆਉਂਦੇ ਹੋਣ, ਇਹਦਾ ਮਤਲਬ ਇਹ ਹੋ ਗਿਆ ਕਿ ਜੇ ਇਸ ਐਂਡ ਦੇ ਉੱਤੇ ਮੈਨੂੰ ਸਾਊਂਡ ਸਿਗਨਲ ਮਿਲਦੇ ਪਏ ਆ, ਹਨਾ, ਘੜੀ ਮੇਰੀ ਇਸ ਥਾਂ ਤੇ ਪਈ ਆ ਔਰ ਇਥੋਂ ਸਾਊਂਡ ਸਿਗਨਲ ਰਿਫਲੈਕਟ ਹੋ ਕੇ ਜਦੋਂ ਸੈਕਿੰਡ ਰਿਫਲੈਕਟਰ ਤੇ ਇਨਸੀਡੈਂਟ ਕਰਦੇ, ਉਥੋਂ ਇਹਨਾਂ ਨੇ ਰਿਫਲੈਕਟ ਬੈਕ ਕਰਕੇ ਤੁਹਾਡੇ ਇਸ 에ਅਰ ਪਾਈਪ ਵੱਲੋਂ ਕਹਿੰਦਾ ਸਿਗਨਲ ਸੈਂਡ ਕਰ ਦਿੱਤਾ ਤੇ ਦੈਨ ਵੀ ਰਿਸੀਵ ਦਾ ਸਿਗਨਲ ਐਟ ਦਿਸ ਪੋਜੀਸ਼ਨ। ਤੇ ਇਹਦਾ ਮਤਲਬ ਇਹ ਹੋਇਆ ਕਿ ਵੀ ਆ ਦੋਨਾਂ ਥਾਵਾਂ ਤੋਂ ਸਾਊਂਡ ਲਾਈਟ ਦੀ ਤਰ੍ਹਾਂ ਰਿਫਲੈਕਟ ਹੁੰਦੀ ਪਈ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਇਹ ਰਿਫਲੈਕਟਰ ਦਾ ਰੋਲ ਪਲੇ ਕਰੂਗੇ। Yes, sir. Yes, sir. Yes, sir. ਇਦਾਂ ਦਾ ਹੀ ਅਸੀਂ ਕੁਝ ਕੰਮ ਉੱਥੇ ਦੱਸ ਸਕਦੇ ਬੇਟਾ ਕਿ ਵੀ ਅਸੀਂ ਕਹਿੰਦੇ ਕਿ ਜਿੱਦਾਂ ਤੁਹਾਡੇ ਜਿਹੜੇ ਐਸਐਚ ਕਹਿੰਦਾ ਜੀ ਕਹ ਲਓ ਜਿਹੜੇ ਤੁਹਾਡੇ ਥੀਏਟਰ ਹਾਲ ਹੁੰਦੇ ਆ ਹਨਾ, ਉਹਨਾਂ ਦੀਆਂ ਅਸੀਂ ਜਿਹੜੀਆਂ ਸਰਫੇਸ ਉਹਨਾਂ ਦੀ ਜਿਹੜੀ ਸੀਲਿੰਗ ਹੁੰਦੀ ਆ ਉਹ ਕਰਵਡ ਬਣਾਉਂਦੇ ਆ। ਉਹਦਾ ਕਾਜ਼ ਵੀ ਇਹ ਹੈ ਕਿ ਵੀ ਸਾਊਂਡ ਸਾਰੇ ਪਾਸੇ ਨੂੰ ਜਿਹੜੀ ਆ ਮੇਰੇ ਕੋਲ ਉਹ ਸਰਾਊਂਡਿੰਗ ਫਾਰਮ ਚ ਆ ਪਾਵੇ, ਠੀਕ ਹੈ ਜੀ। ਇਸ ਲਈ ਉਹਦੇ ਜਿਹੜੇ ਸਾਊਂਡ ਬੋਰਡ ਹੈਗੇ ਆ ਉਹ ਅਸੀਂ ਕਰਵਡ ਬਣਾ ਦਿੰਨੇ ਤਾਂ ਕਿ ਸਾਊਂਡ ਸਾਰੇ ਪਾਸੇ ਨੂੰ ਮੇਰੇ ਕੋਲ ਸਪਰੈਡ ਆਊਟ ਕਰ ਪਾਵੇ। ਕੀ ਇੰਨੀ ਗੱਲ ਕਲੀਅਰ ਆ? Yes, sir. Yes, sir. ਇੰਨਾ ਸਮੇਂ ਲੱਗ ਰਿਹਾ? Yes, sir. Yes, sir. Yes, sir. 2 ਪੁਆਇੰਟ ਪੜਨ ਨੂੰ ਦੇਣ ਲੱਗਿਆ, ਠੀਕ ਹੈ ਜੀ, 2 ਪੁਆਇੰਟ ਤੁਹਾਨੂੰ ਪੜਨ ਨੂੰ ਦੇਣ ਲੱਗਿਆ, ਨੋਟ ਕਰੋ। ਕਾਪੀ ਪੈਨ ਹੈਗਾ ਕਿ ਨਹੀਂ ਕਿ ਕੈਮਰੇ ਔਨ ਕਰਾ ਕੇ ਦੇਖਾਂ ਫਿਰ? ਹੈਗਾ ਸਰ। ਹੈਗਾ ਸਰ। Ega, sir. Yes, sir. ਚਲੋ Yes, sir. ਲਿਖੋ। ਇੱਕ ਇਹਦਾ ਪੁਆਇੰਟ ਆਏਗਾ ਰਿਫਲੈਕਸ਼ਨ ਆਫ ਵੇਵਸ, ਰਿਫਲੈਕਸ਼ਨ ਆਫ ਵੇਵ ਐਟ ਏ ਰਿਜਿਡ ਬਾਉਂਡਰੀ। ਇਸ ਦੀ ਡਿਸਕਸ਼ਨ ਆਪਾਂ ਨੈਕਸਟ ਟਾਪਿਕ ਵਿੱਚ ਹੁਣ ਕਰਾਂਗੇ ਵੀ ਇਸ ਪੁਆਇੰਟ ਦੀ, ਰਿਫਲੈਕਸ਼ਨ ਆਫ ਵੇਵ ਐਟ ਦਾ ਰਿਜਿਡ ਬਾਉਂਡਰੀ। ਔਰ ਦੂਜਾ ਆ ਜਾਏਗਾ ਰਿਫਲੈਕਸ਼ਨ ਆਫ ਵੇਵ ਐਟ ਓਪਨ ਐਂਡ। ਇਹ 2 ਪੁਆਇੰਟ ਪੜਨੇ ਆ, ਰਿਫਲੈਕਸ਼ਨ ਆਫ ਵੇਵਸ ਐਟ ਔਨ ਦਾ ਰਿਜਿਡ ਐਂਡ ਤੇ ਦੂਜਾ ਰਿਫਲੈਕਸ਼ਨ ਆਫ ਵੇਵ ਐਟ ਦਾ ਓਪਨ ਐਂਡ। क्लियर है बेटे? Yes, sir. Yes. चलो नेक्स्ट, ठीक है। नेक्स्ट टॉपिक ਜਿਹੜਾ ਹੁਣ ਆਪਣੇ ਕੋਲ ਆਣਾ, ਠੀਕ ਹੈ, ਉਹ ਟੌਪਿਕ ਹੈ ਕੀ ਹੈ ਪਹਿਲਾਂ ਉਹਦੀ ਇੱਕ ਵਾਰੀ ਗੱਲ ਕਰੀਏ। ਟੌਪਿਕ ਦਾ ਨਾਮ ਆਪਣੇ ਕੋਲ ਬਣ ਜਾਣਾ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆਫ ਵੇਵਸ। ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆਫ ਵੇਵਸ। ਇੱਕ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਅਸੀਂ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ ਜੇ ਵੀ ਪੜਿਆ ਸੀ,
ਠੀਕ ਹੈ। ਸੁਪਰਪੋਜੀਸ਼ਨ ਪ੍ਰਿੰਸੀਪਲ ਜਿੱਥੇ ਲੱਗ ਗਿਆ ਉਹਦਾ ਮਤਲਬ ਇਹ ਹੈਗਾ ਕਿ ਵੀ ਤੁਹਾਡੇ ਕੋਲ ਐਸ ਸੱਚ ਮੋਰ ਦੈਨ ਵਨ ਕੋਈ ਕੁਆਂਟੀਟੀ ਹੋਏਗੀ, ਅਸੀਂ ਉਹਨਾਂ ਨੂੰ ਐਡ ਕਰਨ ਦਾ ਉਹ ਪ੍ਰਿੰਸੀਪਲ ਬਣਾਉਂਦੇ ਆ। ਹੁਣ ਜਿੱਦਾਂ ਇੱਥੇ ਇਸ ਚੈਪਟਰ ਦੇ ਅੰਦਰ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਆਫ ਵੇਵਸ ਕਿਸ ਚੀਜ਼ ਲਈ ਸਟੈਂਡ ਕਰੇਗਾ, ਜੇ ਮੇਰੇ ਕੋਲ ਨੰਬਰ ਆਫ ਵੇਵਸ ਨੇ, ਜੇ ਮੇਰੇ ਕੋਲ ਨੰਬਰ ਆਫ ਵੇਵਸ ਨੇ, ਠੀਕ ਹੈ ਜੀ, ਜਦੋਂ ਉਹ ਵੇਵ ਮੇਰੇ ਕੋਲ ਕਿਸੇ ਸੋਰਸਿਸ ਤੋਂ ਟਰੈਵਲ ਕਰਕੇ ਇੱਕ ਦੂਜੇ ਨਾਲ ਓਵਰਲੈਪ ਕਰਦੀਆਂ ਵਾ, ਤੇ ਉਦੋਂ ਉਹਨਾਂ ਦੀ ਓਵਰਲੈਪਿੰਗ ਨਾਲ ਜਿਹੜੀ ਨਵੀਂ ਵੇਵ ਬਣਦੀ ਆ, ਤੇ ਅਸੀਂ ਜੇ ਉਸ ਨਵੀਂ ਵੇਵ ਦੀ ਮੈਥਮੈਟੀਕਲ ਕੰਡੀਸ਼ਨ ਜਨਰੇਟ ਕਰਨੀ ਆ, ਤੇ ਅਸੀਂ ਕਹਿੰਦੇ ਜੀ ਸੁਪਰਪੋਜੀਸ਼ਨ ਪ੍ਰਿੰਸੀਪਲ ਯੂਜ਼ ਕਰੋ। ਕੀ ਗੱਲ ਸਮਝ ਆਈ ਜੋ ਮੈਂ ਬੋਲੀ? Yes, sir. Yes, sir. Yes, sir. ਜਿਹਦਾ ਦੋ ਮੇਰੇ ਕੋਲ ਸਾਊਂਡ ਸੋਰਸ ਆ, ਹੁਣ ਤੁਸੀਂ ਸਾਰੇ ਸਾਊਂਡ ਸੋਰਸਿਸ ਹੋ, ਠੀਕ ਹੈ ਜੀ, ਤੁਸੀਂ ਸਾਊਂਡ ਵੇਵ ਅਮਿਟ ਕੀਤੀਆਂ ਸਾਰਿਆਂ ਨੇ, ਜਦੋਂ ਤੁਸੀਂ ਇਕੱਠਿਆਂ ਨੇ ਸਾਊਂਡ ਵੇਵ ਅਮਿਟ ਕੀਤੀਆਂ, ਉਹ ਸਾਊਂਡ ਵੇਵ ਤੀਜੇ ਦੇ ਕੰਨ ਤੇ ਪਹੁੰਚੀਆਂ, ਦੋ ਸਾਊਂਡ ਸੋਰਸਿਸ ਨੇ ਸਾਊਂਡ ਵੇਵ ਅਮਿਟ ਕੀਤੀਆਂ, ਉਹ ਤੀਜੇ ਦੇ ਕੰਨ ਤੇ ਪਹੁੰਚੀਆਂ, ਇਹ ਮਤਲਬ ਜਦੋਂ ਉਹ ਤੀਜੇ ਦੇ ਕੰਨ ਤੇ ਇਕੱਠੀਆਂ ਉਹ ਵੇਵਸ ਪਹੁੰਚੀਆਂ, ਉਹ ਵੇਵ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ, ਉਹਨਾਂ ਵੇਵ ਦੀ ਇੰਟਰਫੇਰੈਂਸ ਦੇ ਨਾਲ ਜਿਹੜੀ ਨਵੀਂ ਵੇਵ ਬਣਦੀ ਆ, ਉਸ ਨੂੰ ਕੈਲਕੂਲੇਟ ਕਰਨ ਦਾ ਜਾਂ ਬਣਾਉਣ ਦਾ ਜਿਹੜਾ ਮੈਥਡ ਆ, ਉਹਨੂੰ ਸੁਪਰਪੋਜੀਸ਼ਨ ਪ੍ਰਿੰਸੀਪਲ ਕਹਿੰਦੇ ਆ। ਹੁਣ ਆਪਾਂ ਸੁਪਰਪੋਜੀਸ਼ਨ ਪ੍ਰਿੰਸੀਪਲ ਦੀ ਜੇ ਡੈਫੀਨੇਸ਼ਨ ਚਾਹੀਏ ਤਾਂ ਅਸੀਂ ਕੀ ਕਵਾਂਗੇ, ਕਹਿੰਦਾ ਜੀ ਸੁਪਰਪੋਜੀਸ਼ਨ ਅਕੋਰਡਿੰਗ ਟੂ ਦਾ ਸੁਪਰਪੋਜੀਸ਼ਨ ਪ੍ਰਿੰਸੀਪਲ, if two or more waves they get superimposed on each other, then the new wave is to be formed, ठीक है, and the displacement of the new wave is always to be given by the vector sum of the individual displacement of the individual wave। ਜਿਹੜੀਆਂ ਤੁਹਾਡੀਆਂ ਇੰਡੀਵਿਜੂਅਲ ਵੇਵ ਦੀ ਡਿਸਪਲੇਸਮੈਂਟਸ ਨੇ, ਉਹਦੀ ਵੈਕਟਰ ਸਮ ਕਰਕੇ ਜਿਹੜੀ ਫਾਈਨਲ ਡਿਸਪਲੇਸਮੈਂਟ ਬਣੇਗੀ, ਹਨਾ, ਉਹਨੂੰ ਕੈਲਕੂਲੇਟ ਕਰਨ ਦਾ ਮੈਥਡ ਜਿਹੜਾ ਉਹ ਸੁਪਰਪੋਜੀਸ਼ਨ ਪ੍ਰਿੰਸੀਪਲ ਆ। ਕਿ ਇੰਨੀ ਗੱਲ ਸਮਝ ਲੱਗੀ? Yes, sir. ਹੁਣ ਇਹਦੇ ਵਿੱਚ ਜਿਹੜੀਆਂ ਉਹਨੇ ਇਸ ਹੁਣ ਅਗਲੇ ਟੌਪਿਕਸ ਦੇ ਵਿੱਚ ਜਿਹੜੀ ਉਹਨੇ ਮੈਥਮੈਟੀਕਲ ਮੇਨ ਇਕੁਏਸ਼ਨ ਯੂਜ਼ ਕਰਨੀ ਹੈ ਬੇਟਾ, ਮੈਂ ਉਹਦੀ ਗੱਲ ਪਹਿਲਾਂ ਇੱਕ ਵਾਰੀ ਕਰਨ ਲੱਗਿਆ, ਉਹਨੂੰ ਸਮਝਿਓ, ਫਿਰ ਆਪਾਂ ਟੌਪਿਕ ਆਪਣਾ ਸ਼ੁਰੂ ਕਰਾਂਗੇ। ਆਪਾਂ ਇੱਕ ਇਕੁਏਸ਼ਨ ਕੀਤੀ ਆ ਵਾਲੀ, y equal to r sin 2 pi by lambda into vt minus x, ਆ ਪੜੀ ਸੀ ਇਕੁਏਸ਼ਨ ਆਪਾਂ? Yes, sir. Yes, sir. ਹੁਣ ਇਸੇ ਇਕੁਏਸ਼ਨ ਦੀ ਸੈਕਿੰਡ ਫਾਰਮ ਬਣਾ ਰਿਹਾ, ਠੀਕ ਹੈ, ਇਸੇ ਇਕੁਏਸ਼ਨ ਦੀ ਮੋਡੀਫਾਈਡ ਫਾਰਮ ਇੱਕ ਹੋਰ ਜਿਹੜੀ ਆਪਾਂ ਯੂਜ਼ ਕਰਨੀ ਹੈ ਟੌਪਿਕ ਦੇ ਅੰਦਰ, ਉਹ ਲਿਖਣ ਲੱਗਿਆ। ਆ 2 ਪਾਈ ਬਾਈ ਲੈਮਡਾ ਨੂੰ ਅੰਦਰ ਲੈ ਜਾ ਕੇ ਮਲਟੀਪਲਾਈ ਕਰੋ, ਠੀਕ ਹੈ, ਆਪਾਂ ਜੇ ਇਹਨੂੰ ਇਦਾਂ ਲਿਖ ਦਈਏ y equal to r sin 2 ਪਾਈ ਬਾਈ ਲੈਮਡਾ into vt minus 2 ਪਾਈ ਬਾਈ ਲੈਮਡਾ into x। ਇੱਥੋਂ ਆ v ਬਾਈ ਲੈਮਡਾ ਜਿਹੜਾ ਵਾ, ਜੇ ਮੈਂ v ਬਾਈ ਲੈਮਡਾ ਕਵਾਂ, ਤੇ ਅਸੀਂ ਆ ਪੜਿਆ ਸੀਗਾ ਕਿ ਵੇਵ ਵੈਲੋਸਿਟੀ ਲੈਮਡਾ ਬਾਈ t ਹੁੰਦੀ ਆ, ਤੇ ਜੇ ਮੈਂ ਤੋਂ v ਬਾਈ ਲੈਮਡਾ ਪੜ ਲਵਾਂ ਉਹ 1 ਬਾਈ t ਆ ਜਾਊਗਾ, ਇਸ ਮਤਲਬ ਇੱਥੇ 1 ਬਾਈ t ਲਿਖ ਦਿਓ, ਤੇ ਆਪਣੀ ਇਕੁਏਸ਼ਨ ਜਿਹੜੀ ਆ ਉਹ ਆ ਬਣ ਜਾਣੀ r sin 2 ਪਾਈ ਬਾਈ t into t minus 2 ਪਾਈ ਬਾਈ ਲੈਮਡਾ into x। क्या आ चीज क्लियर है जी? Yes, sir. ਹੁਣ 2 ਪਾਈ ਬਾਈ t ਜਿਹੜਾ ਵਾ, ਠੀਕ ਹੈ, 2 ਪਾਈ ਬਾਈ t ਨੂੰ ਆਪਾਂ ਐਸ ਸੱਚ ਜਿਹੜਾ ਓਮੇਗਾ ਮੀਨ ਐਂਗੂਲਰ ਵੈਲੋਸਿਟੀ ਸਬਸਟੀਟਿਊਟ ਕਰ ਸਕਦੇ ਆ, ਤੇ 2 ਪਾਈ ਬਾਈ ਲੈਮਡਾ ਇਹਨੂੰ ਅਸੀਂ ਪ੍ਰੋਪੇਗੇਸ਼ਨ ਕਾਂਸਟੈਂਟ k ਕਹਿੰਦੇ ਆ, ਠੀਕ ਹੈ। ਵੇਵ ਜਦੋਂ ਪ੍ਰੋਪੇਗੇਟ ਕਰਦੀ ਆ, ਠੀਕ ਹੈ, ਮੀਡੀਅਮ ਦੇ ਅੰਦਰ ਸਟ੍ਰਿੰਗ ਦੇ ਉੱਤੇ, ਤੇ ਅਸੀਂ ਉਹਦੇ ਪ੍ਰੋਪੇਗੇਸ਼ਨ ਦੇ ਕਾਂਸਟੈਂਟ ਨੂੰ 2 ਪਾਈ ਬਾਈ ਲੈਮਡਾ ਨੂੰ ਅਸੀਂ k ਨਾਲ ਡਿਫਾਈਨ ਕਰ ਦਿੰਦੇ ਆ। ਦੋਨੋਂ ਜੇ ਮੈਂ ਐਸ ਸੱਚ ਵੇਰੀਏਬਲ ਇੱਥੇ ਯੂਜ਼ ਕਰ ਲਵਾਂ, ਤੇ ਮੇਰੀ ਇਕੁਏਸ਼ਨ ਜਿਹੜੀ ਆ ਉਹ ਬਣ ਜਾਏਗੀ y equal to r sin omega t minus kx। क्या आ इक्वेशन क्लियर किदा बनाई ਆਪਾਂ? Yes, sir. Yes, sir. सो इक्वेशन इस फॉर्मेट च लिखिए या इक्वेशन इस फॉर्मेट च लिखिए बेटा, दोनों ਦੀਆਂ ਦੋਨੋਂ ਪੁੱਤ ਇਕੁਏਸ਼ਨ ਆਪਣੀਆਂ ਸੇਮ ਨੇ, ਸਿਰਫ ਅਸੀਂ ਇਹਨੂੰ ਰੀਅਰੇਂਜ ਕਰਕੇ ਉਹਦੇ ਵੇਰੀਏਬਲ ਨੂੰ ਇਕੁਏਸ਼ਨ ਜਨਰੇਟ ਕੀਤੀ ਆ। क्या ਇੰਨਾ ਸਮਝ ਲੱਗਿਆ? Yes, sir. ਚਲੋ ਇਹਦੇ ਵਿੱਚ ਹੀ ਗੱਲ ਕੰਟੀਨਿਊ ਰੱਖਾਂਗਾ ਜੀ। ਆਪਾਂ ਇਸ ਵੇਲੇ ਜੇ ਇਹ ਕਹੀਏ ਕਿ ਵੀ ਆ ਮੰਨ ਲਓ ਮੇਰੇ ਕੋਲ ਐਸਾ ਚ ਇੱਥੇ ਆ ਦੋ ਰਿਜਿਡ ਐਂਡ ਨੇ, ਇਹਨਾਂ ਦੋ ਰਿਜਿਡ ਐਂਡ ਦੇ ਕ੍ਰਾਸ ਤੁਸੀਂ ਆ ਇੱਕ ਸਟ੍ਰਿੰਗ ਬੰਨੀ ਹੋਈ ਆ, ਠੀਕ ਹੈ। ਜੇ ਮੈਂ ਸਟ੍ਰਿੰਗ ਦੇ ਇਸ ਐਂਡ ਨੂੰ ਪਲੱਕ ਕਰਕੇ ਛੱਡ ਦਵਾਂ, ਤੇ ਸਟ੍ਰਿੰਗ ਦੇ ਉੱਤੇ ਵੇਵ ਟਰੈਵਲ ਕਰਕੇ ਕੁਝ ਇਸ ਵੇ ਨਾਲ ਮੇਰੇ ਕੋਲ ਇਸ ਐਂਡ ਵੱਲ ਜਾਣਗੀਆਂ।
यानी आ वेव मेरे को जी वेव ट्रेन आ है ना, वेव ट्रेन इसलिए कह रहे क्योंकि नंबर ऑफ वेव ट्रेवल कर रही है। जी वेव ट्रेन मेरे को लैफ्ट टू राइट गई आ, इनू असीं इंसीडेंट वेव कह दिंदे आ। मतलब ये वेव्स इस एंड ते जाके हिट कीतियां और इस एंड ते हिट करन तो बाद ये वेव इधरों रिफ्लैक्ट बैक होके वापस आईयां। जदों आ वेव इधरों रिफ्लैक्ट बैक होके वापस आईयां, ठीक है, ते उस मोमेंट ते ये हो सकदा सी ट्रफ दे उत्ते ट्रफ आंदा, क्रेस्ट दे उत्ते क्रेस्ट आंदा, ट्रफ दे उत्ते ट्रफ आंदा, क्रेस्ट ते क्रेस्ट आंदा, एक पॉसिबिलिटी आ। दूजी ये आ कि भी ट्रफ दे उत्ते इधरों रिफ्लैक्ट होने लगे क्रेस्ट बदल गया, ठीक है, या कुछ भी होर मैथड हो सकदा। पर एक वर्ड लेके चला, एक इहदे अंदर मेरे को इंसीडेंट वेव आ ते एक इहदे अंदर मेरे को रिफ्लेक्टेड वेव आ। क्या इना वर्ड क्लियर आ? Yes, sir. Yes, sir. Yes, sir. मैं बोलदा पिया, मेरे सामने दीवार आ, इत्थे साउंड टकरा के इथों वापस मुड़दी पई, जिहड़ी वापस मुड़ रही है रिफ्लेक्टेड वेव होगी, जिहड़ी मैं बोलदा पिया वो इंसीडेंट वेव आ। हुण जदों इंसीडेंट वेव ते रिफ्लेक्टेड वेव दोनों दियां दोनों आ विचले मीडियम च भरदियां पईयां ते इहदा मतलब वो वेव एक दूजे नाल ओवरलैप करदियां पईयां। बेटे गल समझ लग रही? Yes, sir. ਇਹਦਾ ਮਤਲਬ ਜਦੋਂ ਮੈਂ ਬੋਲ ਰਿਹਾ ਇਹ ਇਨਸੀਡੈਂਟ ਆ ਜਿਹੜੀ ਉਧਰੋਂ ਮੁੜਦੀਆਂ ਪਈਆਂ ਰਿਫਲੈਕਟਡ ਆ, ਇਨਸੀਡੈਂਟ ਤੇ ਰਿਫਲੈਕਟਡ ਦੋਨੇ ਇੱਕੋ ਮੀਡੀਅਮ ਚ ਆ ਤੇ ਜਦੋਂ ਉਹ ਆਪਸ ਦੇ ਅੰਦਰ ਇੰਟਰਫੇਅਰ ਕਰਦੀਆਂ ਉਹਨੂੰ ਅਸੀਂ ਇਸ ਵੇ ਨਾਲ ਸ਼ੋ ਆਫ ਕਰ ਸਕਦੇ ਕਿ ਇੱਕ ਰਿਫਲੈਕਟਡ ਤੇ ਇੱਕ ਇਨਸੀਡੈਂਟ ਵੇਵ ਆਪਸ ਚ ਓਵਰਲੈਪ ਕਰ ਗਈਆਂ। ਹੁਣ ਜਦੋਂ ਮੈਂ ਆ ਇਕੁਏਸ਼ਨ ਲਵਾਂ ਇਹਦੇ ਅੰਦਰ ਅਸੀਂ x ਇੱਥੇ ਜਿਹੜਾ ਵਾ ਉਹ ਪਲੱਸ ਦਾ ਵਾ, ਇਹ ਮਾਈਨਸ ਫਾਰਮੂਲੇ ਚੋਂ ਆਇਆ ਸੀ। ਜੇ ਇਹ ਇਨਸੀਡੈਂਟ ਵੇਵ ਦੀ ਇਕੁਏਸ਼ਨ ਆ, जे ये मेरी इंसीडेंट वेव दी इक्वेशन आ ते जेड़ी वेव इधरों रिफ्लेक्ट बैक होके वापस आई आ ओदे च x दी थां ते -x हो जू। Yes, sir. जेड़ी वेव मेरी इधरों लेफ्ट टू राइट गई आ, लेफ्ट टू राइट नु ਅਸੀਂ पॉजिटिव डायरेक्शन लेने ते राइट टू लेफ्ट मेरी नेगेटिव हो जू। हाँ जी sir. जी Yes, sir. sir. जे मैं सेकंड पुੱਤ थोड़ा ਜਿਹਾ ਵਧੀਆ ਢੰਗ ਨਾਲ ਰਿਸਪੌਂਡ ਕਰਿਆ ਕਰੋ, ਐਵੇਂ ਸੁਸਤੀ ਨਾ ਪਾਵੋ। मैं एक एक वर्ड ते टाइम ला रहा कि तुहानू क्लियर करके फिर मैं टॉपिक बना पावां। इस नाल जेडी वेव रिफ्लेक्ट बैक होएगी ओदे लई इक्वेशन लिखनी होवे ओमेगा टी माइनस ऑफ कहंदा जी k इनटू माइनस x। ਇਹਦਾ ਮਤਲਬ ਆ -x ਜਿਹੜਾ ਵਾ ਇੱਥੇ ਮਾਈਨਸ ਐਡਜਸਟ ਕਰੂਗਾ ਤੇ ਆਪਣੀ ਇਕੁਏਸ਼ਨ ਜਿਹੜੀ ਹੋਣੀ ਆ ਇਹ ਓਮੇਗਾ ਟੀ ਪਲੱਸ kx ਬਣ ਜੂ। ਕੀ ਆ ਕਲੀਅਰ ਆ ਇਕੁਏਸ਼ਨ ਦੇ ਵਿੱਚ ਕੀ ਚੇਂਜ ਆਈ, ਕਿਉਂ ਮਾਈਨਸ ਦਾ ਪਲੱਸ ਬਣਿਆ? करती हो इस नाल ਇਹਦੇ ਚ ਆਪਾਂ ਇੱਕ ਚੀਜ਼ ਹਜੇ ਐਡ ਨਹੀਂ ਕੀਤੀ ਔਰ ਉਹ ਇਹ ਵਾਲੀ ਆ ਕਿ ਜਦੋਂ ਵੇਵ ਇਧਰੋਂ ਰਿਫਲੈਕਟ ਬੈਕ ਹੋਈ ਅਸੀਂ ਇਹ ਤਾਂ ਕਹਿ ਦਿੱਤਾ ਕਿ x ਦੀ ਥਾਂ ਤੇ -x ਆਇਆ ਇਸ ਲਈ ਪਲੱਸ ਬਣੀ ਆ ਟਰਮ, ਪਰ ਅਸੀਂ ਹਜੇ ਇਹਦੇ ਵਿੱਚ ਕਿਤੇ ਨਹੀਂ ਦੱਸਿਆ ਕਿ ਜਦੋਂ ਇਧਰੋਂ ਕ੍ਰੈਸਟ ਨੇ ਟਰਫ ਦੇ ਵਿੱਚ ਬਦਲਣਾ ਜਾਂ ਜਦੋਂ ਟਰਫ ਨੇ ਕ੍ਰੈਸਟ ਵਿੱਚ ਬਦਲਣਾ ਜਾਂ ਜਦੋਂ ਟਰਫ ਨੇ ਟਰਫ ਰਹਿਣਾ ਜਾਂ ਕ੍ਰੈਸਟ ਨੇ ਕ੍ਰੈਸਟ ਰਹਿਣਾ, ਉਹ ਚੀਜ਼ ਇੱਥੇ ਆਪਾਂ ਕਿੱਦਾਂ ਐਡ ਕਰਨੀ ਹੈ। ਹੁਣ ਉਹਨੂੰ ਸਮਝੀਏ ਧਿਆਨ ਨਾਲ, ਇਹ ਵੀ ਚੀਜ਼ਾਂ ਪੁੱਤ ਇਹ ਟੌਪਿਕ ਨੂੰ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਨਾਲ ਚੀਜ਼ਾਂ ਸਮਝ ਲਓ ਫਿਰ ਆਪਾਂ ਟੌਪਿਕ ਆਪਣਾ ਜਨਰੇਟ ਕਰਾਂਗੇ। ਜਦੋਂ ਵੇਵ ਆਪਾਂ ਆ ਚੀਜ਼ ਪੜ੍ਹਦੇ ਆ ਕਿ ਜਦੋਂ ਮੇਰੇ ਕੋਲ ਐਸ ਸੱਚ ਅਸੀਂ ਕਿਹਾ ਸੀਗਾ ਕਿ ਆ ਇੱਕ ਕੰਪਲੀਟ ਵੇਵ ਬਣਾਈਏ, ਇੱਕ ਪੁਆਇੰਟ ਇੱਥੇ ਹੋਵੇ, ਇੱਕ ਪੁਆਇੰਟ ਆ ਲੈ ਲਾਂ, ਇੱਕ ਪੁਆਇੰਟ ਇੱਥੇ ਲੈ ਲਵਾਂ। ਜੇ ਮੈਂ ਇੱਕ ਪਾਰਟੀਕਲ ਆਪਣੀ ਵਾਈਬ੍ਰੇਸ਼ਨ O ਤੋਂ ਸ਼ੁਰੂ ਕਰ ਰਿਹਾ ਔਰ ਇੱਕ ਪਾਰਟੀਕਲ ਆਪਣੀ ਵਾਈਬ੍ਰੇਸ਼ਨ B ਤੋਂ ਸ਼ੁਰੂ ਕਰ ਰਿਹਾ, ਦੋ ਪਾਰਟੀਕਲ ਹੋ ਗਏ, क्या इन्हां विच कोई फेज डिफरेंस होएगा? ओ बेटे आवाज आ रही है? कोई नहीं, किसी ने रिस्पॉन्ड नहीं किया। आवाज आ रही है? Yes, sir. Yes, sir. चलो सुनो फिर, एक पार्टिकल अपनी वाइब्रेशन O तो शुरू कर रहा, एक पार्टिकल अपनी वाइब्रेशन B ਤੋਂ ਸ਼ੁਰੂ ਕਰ ਰਿਹਾ, ਇਹ ਵੀ ਆਪਣਾ ਇਸ ਮੂਵਮੈਂਟ ਤੇ ਜਦੋਂ ਇਥੋਂ ਵਾਈਬ੍ਰੇਸ਼ਨ ਸ਼ੁਰੂ ਕਰ ਰਿਹਾ ਇੱਕ ਕ੍ਰੈਸਟ ਬਣਾਉਣਾ ਸ਼ੁਰੂ ਕਰ ਰਿਹਾ, ਆ ਵੀ ਆਪਣਾ ਕ੍ਰੈਸਟ ਬਣਾਉਣਾ ਸ਼ੁਰੂ ਕਰ ਰਿਹਾ, ਠੀਕ ਹੈ। ਇੱਕੋ ਟਾਈਮ ਤੇ ਇਹਦਾ ਕ੍ਰੈਸਟ ਤੇ ਉਸੇ ਟਾਈਮ ਤੇ ਇਹਦਾ ਕ੍ਰੈਸਟ ਬਣਿਆ ਵਾ, ਜਦੋਂ ਇਹਦਾ ਟਰਪ ਆਇਆ ਉਦੋਂ ਸੇਮ ਟਾਈਮ ਤੇ ਆ ਟਰਪ ਆਇਆ। ਆਪਾਂ ਨੂੰ ਕੁਐਸਚਨ ਇਹ ਹੈਗਾ ਕਿ ਜਦੋਂ ਦੋ ਪਾਰਟੀਕਲ ਇੱਕੋ ਟਾਈਮ ਤੋਂ ਐਕਸਟ੍ਰੀਮ ਵੱਲ ਗਏ, ਇੱਕੋ ਟਾਈਮ ਤੋਂ ਮੀਨ ਵੱਲ ਆਏ, ਠੀਕ ਹੈ, ਇੱਕੋ ਟਾਈਮ ਤੋਂ ਨੈਗੇਟਿਵ ਐਕਸਟ੍ਰੀਮ ਗਏ, ਇੱਕੋ ਟਾਈਮ ਤੇ ਵਾਪਸ ਮੀਨ ਤੇ ਆਏ, ਕਿਆ ਇਹਨਾਂ ਦੇ ਵਿੱਚ ਕੋਈ ਫੇਜ਼ ਡਿਫਰੈਂਸ ਹੈਗਾ? ਤੇ ਅਸੀਂ ਇਹਨੂੰ ਇਦਾਂ ਦੱਸ ਦਿੰਨੇ ਆ ਕਿ ਜੇ ਦੋਨੋਂ ਦੇ ਦੋਨੋਂ ਪਾਰਟੀਕਲ O ਤੋਂ ਸ਼ੁਰੂ ਕਰਦੇ
ਆਹ ਵਾਲਾ ਪਾਰਟੀਕਲ ਜਿਹੜਾ ਵਾ B ਤੋਂ ਸ਼ੁਰੂ ਕੀਤਾ, ਜੇ ਉਹ ਵੀ ਪੁੱਤ ਇੱਥੋਂ ਹੀ ਆਪਣੀ ਮੋਸ਼ਨ ਸ਼ੁਰੂ ਕਰਦਾ ਸੇਮ ਟਾਈਮ ਤੇ ਆਹ ਗ੍ਰਾਫ ਬਣਾਉਂਦਾ, ਹਨਾ। ਮੈਂ ਹੁਣ 3 ਪਾਰਟੀਕਲ ਲਿੱਤੇ ਆ, ਇੱਕ O ਤੋਂ, ਠੀਕ ਹੈ ਜੀ, ਜਿਹੜਾ ਆਪਣੀ ਮੋਸ਼ਨ ਸ਼ੁਰੂ ਕਰ ਰਿਹਾ, ਦੂਜਾ ਵੀ O ਤੋਂ ਸ਼ੁਰੂ ਕਰ ਰਿਹਾ, ਤੀਜਾ B ਤੋਂ ਕਰ ਰਿਹਾ। ਇਹਨੇ ਵੀ ਆਪਣਾ ਉਦੋਂ ਹੀ ਕਰੈਸਟ ਬਣਾਇਆ ਜਦੋਂ ਇਹਨਾਂ ਨੇ ਬਣਾਇਆ, ਪਰ ਇਹਨਾਂ ਦੋਨਾਂ ਦੇ ਵਿੱਚ ਇੱਕ ਫਰਕ ਆ। ਇਹ ਜਦੋਂ ਪਾਰਟੀਕਲ ਆਪਣੇ ਇੱਥੋਂ ਵਾਈਬ੍ਰੇਸ਼ਨ ਸ਼ੁਰੂ ਕਰ ਰਿਹਾ, ਇਹ O ਤੋਂ ਚੱਲ ਕੇ ਇੱਕ ਵੇਵ ਆਪਣੀ ਪਹਿਲੋਂ ਤੋਂ ਕੰਪਲੀਟ ਕਰ ਚੁੱਕਾ, ਹੁਣ ਇਹਨੇ ਵੀ ਆਪਣਾ ਕਰੈਸਟ ਬਣਾਉਣਾ ਸ਼ੁਰੂ ਕੀਤਾ, ਇਹਨੇ ਵੀ। ਇਹਦਾ ਮਤਲਬ ਇਹਨਾਂ ਦੋਨਾਂ ਦੇ ਵਿੱਚ 360 ਡਿਗਰੀ ਦਾ ਫੇਜ਼ ਡਿਫਰੈਂਸ ਆ। ਕਿਆ ਆ ਲਾਈਨ ਸਮਝ ਲੱਗੀ? Yes, sir. ਮੈਂ ਆ ਚੀਜ਼ ਤੁਹਾਨੂੰ 3 ਵੇ ਨਾਲ ਦੱਸੀ ਸੀ ਬੇਟਾ, ਇੱਕ ਟਾਈਮ ਡਿਫਰੈਂਸ ਹੁੰਦਾ, ਇੱਕ ਪਾਥ ਡਿਫਰੈਂਸ ਹੁੰਦਾ, ਇੱਕ ਫੇਜ਼ ਡਿਫਰੈਂਸ ਹੁੰਦਾ। ਪੁੱਤ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਦਿਮਾਗ 'ਚ ਰੱਖੋ। ਜਦੋਂ ਇੱਥੋਂ ਤੇ ਇੱਥੇ ਵਾਲੇ ਪੁਆਇੰਟਸ ਦੇ ਵਿੱਚ ਅਸੀਂ ਟਾਈਮ ਡਿਫਰੈਂਸ ਲੈਣਾ ਹੋਵੇ ਤਾਂ ਅਸੀਂ ਕਹਿੰਦੇ ਜੀ ਕੰਪਲੀਟ ਟਾਈਮ ਪੀਰੀਅਡ ਦੇ ਬਰਾਬਰ ਟਾਈਮ ਦਾ ਡਿਫਰੈਂਸ ਹੈ। ਟਾਈਮ ਟੇਕਨ ਟੂ ਕੰਪਲੀਟ ਵਨ ਵੇਵ ਇਜ਼ ਕਾਲਡ ਐਜ਼ ਅ ਟਾਈਮ ਪੀਰੀਅਡ। ਇਹਦਾ ਮਤਲਬ O ਤੋਂ ਚੱਲ ਕੇ ਪਾਰਟੀਕਲ ਆਪਣੀ ਇੱਕ ਵੇਵ ਪੂਰੀ ਕਰ ਚੁੱਕਾ, ਜਿਹੜਾ B ਤੋਂ ਆਪਣੀ ਮੋਸ਼ਨ ਸ਼ੁਰੂ ਕਰ ਰਿਹਾ। ਇਹਦਾ ਮਤਲਬ O ਤੇ B ਦੇ ਵਿੱਚ ਕੰਪਲੀਟ ਟਾਈਮ ਪੀਰੀਅਡ ਦੇ ਬਰਾਬਰ ਟਾਈਮ ਦਾ ਡਿਫਰੈਂਸ ਆ। ਜੇ ਮੈਂ ਲੈਂਥ ਦੀ ਫਾਰਮ 'ਚ ਡਿਫਰੈਂਸ ਦੱਸਣਾ ਹੋਵੇ, ਉਹਨੂੰ ਅਸੀਂ ਪਾਥ ਡਿਫਰੈਂਸ ਕਹਿੰਦੇ ਆ। O ਤੋਂ ਲੈ ਕੇ B ਦੇ ਵਿੱਚ ਜੇ ਪਾਥ ਡਿਫਰੈਂਸ ਕੱਢਣਾ ਹੋਵੇ ਤੇ ਇੱਕ ਵੇਵ ਦੀ ਜਿੰਨੀ ਲੈਂਥ ਆ ਉਹਨਾਂ ਪਾਥ ਦਾ ਡਿਫਰੈਂਸ ਆ। ਇਹਦਾ ਮਤਲਬ ਲੈਮਡਾ ਦੇ ਬਰਾਬਰ ਪਾਥ ਡਿਫਰੈਂਸ ਆ। ਜੇ ਐਂਗਲ ਦੀ ਫਾਰਮ 'ਚ ਬੋਲਣਾ ਹੋਵੇ ਤਾਂ ਅਸੀਂ ਕਿਹਾ ਸੀ ਜਦੋਂ ਇੱਕ ਵੇਵ ਕੰਪਲੀਟ ਹੁੰਦੀ ਆ ਤੇ ਐਂਗਲ ਦਾ ਡਿਫਰੈਂਸ ਯਾਨੀ ਫੇਜ਼ ਡਿਫਰੈਂਸ ਉਹ ਮੇਰੇ ਕੋਲ 360 ਡਿਗਰੀ ਯਾਨੀ 2 ਪਾਈ ਦਾ ਬਣਦਾ। ਕਿਆ ਆ 3 ਵਰਡ ਲਿਖੇ ਕਲੀਅਰ ਹੋਏ? Yes, sir. Yes, sir. ਇਹਦਾ ਮਤਲਬ O ਤੋਂ ਲੈ ਕੇ B ਦੇ ਅੰਦਰ, ਠੀਕ ਹੈ ਜੀ, ਜਿਹੜਾ ਮੇਰੇ ਕੋਲ ਟਾਈਮ ਡਿਫਰੈਂਸ, ਪਾਥ ਡਿਫਰੈਂਸ ਤੇ ਫੇਜ਼ ਡਿਫਰੈਂਸ 3 ਵਰਡ ਨੇ। ਹੁਣ ਜੇ ਮੈਂ ਇਹ ਕਹਾਂ ਇੱਕ ਪਾਰਟੀਕਲ O ਤੋਂ ਸ਼ੁਰੂ, ਦੂਜਾ ਵੀ O ਤੋਂ ਸ਼ੁਰੂ, ਇਹਦਾ ਮਤਲਬ ਇਹਨਾਂ ਦੋਨਾਂ 'ਚ ਕੋਈ ਫੇਜ਼ ਡਿਫਰੈਂਸ ਨਹੀਂ ਹੈਗਾ, ਇਹਨਾਂ ਦਾ ਫੇਜ਼ ਡਿਫਰੈਂਸ 0 ਆ। ਇੱਕ O ਤੋਂ ਸ਼ੁਰੂ, ਇੱਕ B ਤੋਂ ਸ਼ੁਰੂ, ਤੇ ਇਹਨਾਂ 'ਚ ਫੇਜ਼ ਡਿਫਰੈਂਸ 2 ਪਾਈ ਆ। ਤੇ ਜੇ ਇੱਕ O ਤੋਂ ਸ਼ੁਰੂ ਤੇ ਇੱਕ A ਤੋਂ ਸ਼ੁਰੂ, ਜਦੋਂ ਇਹ ਆਪਣਾ ਕਰੈਸਟ ਬਣਾਉਣਾ ਸ਼ੁਰੂ ਕਰੇ, ਇਹ ਆਪਣਾ ਟਰਫ ਬਣਾਉਣਾ ਸ਼ੁਰੂ ਕਰੇ, ਇੱਕ ਦਾ ਕਰੈਸਟ ਵਾ, ਇੱਕ ਦਾ ਟਰਫ ਵਾ, ਇਹ ਆਪਣੇ ਕਰੈਸਟ ਤੋਂ ਟਰਫ ਵੱਲ ਆਵੇ, ਇਹ ਆਪਣੇ ਟਰਫ ਤੋਂ ਕਰੈਸਟ ਵੱਲ ਜਾਵੇ। ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਦੋ ਦੇ ਵਿੱਚ ਜੇ O ਤੇ A ਦੇ ਵਿੱਚ ਮੈਂ ਪਾਥ ਡਿਫਰੈਂਸ ਕੱਢਣਾ ਹੋਵੇ ਤੇ ਪਾਥ ਡਿਫਰੈਂਸ ਹਾਫ ਵੇਵ ਦਾ ਵਾ, λ/2 ਦਾ ਵਾ। ਜੇ ਮੈਂ ਫੇਜ਼ ਡਿਫਰੈਂਸ ਕੱਢਣਾ ਹੋਵੇ ਤੇ ਉਹ ਮੇਰੇ ਕੋਲ ਐਸ ਸੱਚ ਪਾਈ ਐਂਗਲ ਦਾ ਫੇਜ਼ ਡਿਫਰੈਂਸ ਆ ਜਾਊ। Yes, sir. Yes, sir. ਜਿਹੜੇ ਗੂੰਗੇ Yes, ਬੈਠੇ sir. ਉਹਨਾਂ ਨੂੰ ਕਲੀਅਰ ਆ? Yes, sir. ਜਿਹੜੇ ਪਾਰਟਿਸਿਪੇਟ ਨਹੀਂ ਕਰਦੇ ਬੋਲਣ ਚ, ਕਿਆ ਉਹਨਾਂ ਨੂੰ ਕਲੀਅਰ ਆ? Yes, sir. Yes, sir. ਸੋ ਇਥੋਂ ਇੱਕ ਲਾਈਨ ਦਿਮਾਗ 'ਚ ਰੱਖ ਲਓ, ਜਦੋਂ ਇੱਕ ਵੇਵ ਆਪਣਾ ਕਰੈਸਟ ਬਣਾਉਂਦੀ, ਦੂਜੀ ਜੇ ਉਦੋਂ ਟਰਫ ਬਣਾਉਂਦੀ ਹੋਵੇ ਤੇ ਉਹਨਾਂ 'ਚ ਫੇਜ਼ ਡਿਫਰੈਂਸ 180 ਡਿਗਰੀ ਦਾ ਵਾ। ਇਸ ਲਾਈਨ ਦੀ ਲੋੜ ਆ ਸਾਨੂੰ। ਇੱਥੇ ਦਿਖਦਾ ਪਿਆ ਕਿ ਜਦੋਂ ਇੱਕ ਵੇਵ ਆਪਣੀ ਇਧਰੋਂ ਕਰੈਸਟ ਬਣਾ ਕੇ ਪਹੁੰਚੀ ਆ, ਉਹਦੇ ਤੇ ਓਵਰਲੈਪ ਹੋਣ ਵਾਸਤੇ ਇਹਦਾ ਦੂਜੀ ਵੇਵ ਦਾ ਟਰਫ ਬਣਿਆ। ਇਹ ਮਤਲਬ ਜਦੋਂ ਇਹਨੇ ਆਪਣਾ ਕਰੈਸਟ ਬਣਾਇਆ ਵਾ, ਇਹਨੇ ਆਪਣਾ ਉਦੋਂ ਟਰਫ ਬਣਾਉਣਾ ਸ਼ੁਰੂ ਕੀਤਾ। ਇਹ ਮਤਲਬ ਜਦੋਂ ਕਰੈਸਟ ਤੇ ਟਰਫ ਓਵਰਲੈਪ ਕਰਦਾ, ਜਦੋਂ ਕਰੈਸਟ ਤੇ ਟਰਫ ਓਵਰਲੈਪ ਕਰਦਾ ਤੇ ਅਸੀਂ 180 ਡਿਗਰੀ ਦਾ ਫੇਜ਼ ਡਿਫਰੈਂਸ ਲੈਂਦੇ ਆ। ਜਦੋਂ ਕਰੈਸਟ ਤੇ ਕਰੈਸਟ ਓਵਰਲੈਪ ਕਰਦਾ, ਉਹਦਾ ਫੇਜ਼ ਡਿਫਰੈਂਸ 0 ਡਿਗਰੀ ਜਾਂ 360 ਡਿਗਰੀ ਦੇ ਹਿਸਾਬ ਨਾਲ ਲੈਂਦੇ ਆ। ਕਿਆ ਇੰਨੀ ਗੱਲ ਕਲੀਅਰ ਹੋਈ ਸਾਰਿਆਂ ਨੂੰ? Yes, sir. Yes, sir. Yes, sir. Yes, sir. ਜਦੋਂ ਹੁਣ ਅਸੀਂ ਆਹ ਇਕੁਏਸ਼ਨ ਲਿਖਣੀ ਨਾ, ਅੱਗੇ ਜਾ ਕੇ ਆਪਾਂ ਨੂੰ ਜਦੋਂ ਇਸ ਇਕੁਏਸ਼ਨ ਦੀ ਲੋੜ ਪੈਣੀ, ਅਸੀਂ ਕਿ ਜਿਹੜੀ ਰਿਫਲੈਕਟਡ ਵੇਵ ਵਾਪਸ ਆਈ ਆ ਉਹ 'ਚ ਦੋ ਕੰਮ ਹੋਏ ਆ। ਇਹ ਲਾਈਨਾਂ ਦੀ ਐਸ ਸੱਚ ਲੋੜ ਆ ਮੈਨੂੰ, ਠੀਕ ਹੈ। ਜਦੋਂ ਰਿਫਲੈਕਟਡ ਵੇਵ ਵਾਪਸ ਆਈ ਉਹ 'ਚ ਦੋ ਕੰਮ ਹੋਇਆ। ਇੱਕ ਤੇ ਉਹ ਵਾਪਸ ਮੁੜੀ ਆ, ਇਹਦਾ ਮਤਲਬ ਪਲੱਸ x ਦੀ ਥਾਂ ਤੇ ਮਾਈਨਸ x ਹੋ ਗਿਆ। ਦੂਜਾ, ਜਿਹੜੇ ਰਿਜਿਡ ਐਂਡ ਤੋਂ ਵੇਵ ਵਾਪਸ ਆਈ ਆ, ਮੈਂ ਵਰਡ ਸਪੈਸੀਫਾਈ ਕੀਤਾ ਵਾ ਰਿਜਿਡ ਐਂਡ। ਜਦੋਂ ਰਿਜਿਡ ਐਂਡ ਤੋਂ ਵੇਵ ਵਾਪਸ ਆਈ ਆ ਤੇ ਉਸ ਮੂਮੈਂਟ ਤੇ ਕਰੈਸਟ ਟਰਫ ਦੇ ਅੰਦਰ ਜਾਂ ਟਰਫ ਕਰੈਸਟ ਦੇ ਅੰਦਰ ਬਦਲ ਜਾਂਦਾ, ਜਿਹਦਾ ਮਤਲਬ ਆ ਕਰੈਸਟ ਤੇ ਟਰਫ ਦੇ ਓਵਰਲੈਪ ਕਰਨ ਲੱਗੇ ਇੱਥੇ 180 ਡਿਗਰੀ ਦਾ ਫੇਜ਼ ਡਿਫਰੈਂਸ ਹੋਰ ਨਾਲ ਜੁੜ ਜਾਣਾ, ਯਾਨੀ ਪਲੱਸ 180 ਡਿਗਰੀ ਹੋਰ ਲਗਾਉਂਗਾ ਇਹਦੇ ਵਿੱਚ ਐਂਗਲ ਦੇ ਨਾਲ। ਕਿਆ ਇੰਨੀ ਗੱਲ ਕਲੀਅਰ ਆ? Yes, sir. Yes, sir. Yes, sir. Yes, sir. ਇੱਥੇ ਪਲੱਸ x ਸੀਗਾ, ਇੱਥੇ ਮਾਈਨਸ x ਆਇਆ, ਉਹਨਾਂ ਪਲੱਸ ਆ ਸਾਈਨ ਬਣ ਗਿਆ, ਪਲੱਸ 180 ਲਾਇਆ। ਇਹ ਕਿਉਂ ਕੀਤੀਆਂ ਚੀਜ਼ਾਂ? ਕਿਆ ਇੰਨਾ ਕਲੀਅਰ ਆ? Yes, sir. Yes, sir.
ਚਲੋ Yes, sir. ਜੇ ਇੰਨਾ ਕਲੀਅਰ ਆ ਜੀ, ਹੁਣ ਇੱਥੇ ਤੱਕ ਦੀ ਗੱਲ ਕਰਾਂ ਤੇ ਆਪਾਂ ਪਹਿਲਾਂ ਆ ਕੱਲੀ ਇਨਸੀਡੈਂਟ ਵੇਵ ਦੀ ਇਕੁਏਸ਼ਨ ਆ ਕੱਲੀ ਰਿਫਲੈਕਟਡ ਵੇਵ ਦੀ ਇਕੁਏਸ਼ਨ ਆ, ਤੇ ਇੱਥੇ ਮੈਨੂੰ ਦਿਖਦਾ ਪਿਆ ਵੇਵ ਇੱਕ ਦੂਜੇ ਦੇ ਉੱਪਰ ਕਹਿੰਦਾ ਜੀ ਓਵਰਲੈਪ ਹੋ ਗਈਆਂ, ਤੇ ਜਦੋਂ ਅਸੀਂ ਇਹ ਤੋਂ ਨਵੀਂ ਬਣਾਣੀ ਆ ਵੇਵ ਕਿ ਆ ਕ੍ਰੈਸਟ ਤੇ ਟਰਫ ਦੇ ਓਵਰਲੈਪ ਕਰਨ ਨਾਲ ਨਵੀਂ ਬਣੀ ਵੇਵ ਜਿਹੜੀ ਆ ਉਹਦਾ ਐਂਪਲੀਟਿਊਡ ਕਿੰਨਾ ਹੋਏਗਾ ਹਨਾ, ਉਹਦੇ ਵਾਸਤੇ ਅਸੀਂ ਕਹਿੰਦੇ ਸੁਪਰਪੋਜੀਸ਼ਨ ਪ੍ਰਿੰਸੀਪਲ ਲਾਓ। यानी नेक्स्ट लाइन च ਅਸੀਂ ਆ ਕਰਾਂਗੇ ਕਹਿੰਦਾ ਜੀ y = y1 + y2, ਇਹਦਾ ਮਤਲਬ ਹੈ ਦੋਨਾਂ ਦੀ ਇੰਡੀਵਿਜੂਅਲ ਡਿਸਪਲੇਸਮੈਂਟ ਦੀ ਇਕੁਏਸ਼ਨਾਂ ਨੂੰ ਐਡ ਕਰਕੇ ਤੁਸੀਂ ਨਵੀਂ ਵੇਵ ਦੀ ਡਿਸਪਲੇਸਮੈਂਟ ਦੇਣੀ ਹੈ, ਔਰ ਆ ਲਿਖਣ ਦਾ ਜਿਹੜਾ ਮੈਥਡ ਆ ਇਹਨੂੰ ਅਸੀਂ ਸੁਪਰਪੋਜੀਸ਼ਨ ਪ੍ਰਿੰਸੀਪਲ ਕਹਿੰਦੇ ਹਾਂ। ਕੀ ਇੰਨੀ ਗੱਲ ਕਲੀਅਰ ਆ? Yes, sir. Yes, sir. sir. ਹੁਣ ਇੰਨੀ ਥਾਂ ਤੇ ਜੋ ਆਪਾਂ ਕੀਤਾ, ਕਿਆ ਇਹ ਵਰਡ ਟੂ ਵਰਡ ਸਾਰਿਆਂ ਨੂੰ ਕਲੀਅਰ ਆ? Yes, sir. Yes, sir. Yes, sir. Yes, yes, sir. चल हजे सुपरपोजिशन कंटिन्यू Yes, sir. करेगा, ਇਹਦੀ फोटो क्लिक सुपरपोजिशन प्रिंसिपल ही कंटिन्यू अपना। सुपरपोजिशन प्रिंसिपल ਦੇ ਅੰਦਰ ਅਸੀਂ ਹੁਣ ਸ਼ੋ ਪੇ ਕਰਦੇ ਪਏ ਕਿ ਵੀ ਆਪਣੇ ਕੋਲ ਦੋ ਵੇਵਸ ਨੇ ਜਿਹੜੀਆਂ ਐਡ ਕਰਕੇ ਇੱਕ ਨਵੀਂ ਵੇਵ ਬਣਾਉਣਗੀਆਂ। ਆਪਾਂ ਉਹਦੇ ਅੰਦਰ ਸ਼ੋ ਕਰ ਰਹੇ, ਵੀ ਨੋ ਦੈਟ फर्स्ट वेव दी इक्वेशन जेडी आ वो आ डिफाइन कर दिया y = r sin omega t minus kx। क्यों लिखी? क्लियर है? Yes, sir. एंड सेकंड वेव दी इक्वेशन आपा y2 ना डिफाइन कर दिए, और कुछ दो चीज़ां दिखाने लगियां कि सेकंड वेव रिफ्लेक्ट बैक हो के आ रही और ओदा पहली वेव दे नाल फाई एंगल दा फेज डिफरेंस आ। ਆਪਾਂ ਪਾਈ ਨਹੀਂ ਕਹਿ ਰਹੇ, 180 ਨਹੀਂ ਲੈ ਰਹੇ, ਜਨਰਲ ਪਹਿਲਾਂ ਉਹਦੀ ਕੰਡੀਸ਼ਨ ਬਣਾਵਾਂਗੇ ਕਿ ਪਹਿਲੀ ਤੇ ਦੂਜੀ ਵੇਵ ਦੇ ਅੰਦਰ ਦੋ ਚੇਂजेस ਕਰ ਦਿਓ, ਇੱਕ ਓਮੇਗਾ ਟੀ ਪਲੱਸ kx ਬਣਾ ਲਿਆ ਪਲੱਸ ਫਾਈ ਐਂਗਲ ਦਾ ਫੇਜ਼ ਡਿਫਰੈਂਸ, ਭਾਵੇਂ ਮਾਈਨਸ ਨਾ ਕੰਡੀਸ਼ਨ ਦੇ ਦਿਓ ਭਾਵੇਂ ਪਲੱਸ ਨਾ। ਇਸ ਵੇਲੇ ਮਤਲਬ ਇਹ ਹੋਇਆ ਸੈਕਿੰਡ ਵੇਵ ਜਿਹੜੀ ਆ ਉਹ ਫਾਈ ਐਂਗਲ ਨਾਲ ਲੀਡ ਕਰਦੀ ਪਈ ਆ ਫਸਟ ਵੇਵ ਨੂੰ। ਜੇ ਮੈਂ ਮਾਈਨਸ ਪਾ ਦਿੰਦਾ ਫਿਰ ਆਪਾਂ ਕਹਿਣਾ ਸੀ फर्स्ट वेव लीड करती पई है सेकंड कहंदा जी वेव नु फाई एंगल दे नाल। क्या इन्नी गल क्लियर आ? Yes, sir. Yes, sir. चल हुन आपां अकॉर्डिंग टू सुपरपोजिशन प्रिंसिपल लिखिए। अकॉर्डिंग टू सुपरपोजिशन प्रिंसिपल जेडी नवी वेव बनेगी ओदे लई y = y1 + y2 आजू। क्लियर है जी? Yes, sir. चल ਹੁਣ ਇਹਦੇ ਅਕੋਰਡਿੰਗਲੀ देयरफॉर ਸਾਡੇ ਕੋਲ ਜੇ y ਦੀ ਇਕੁਏਸ਼ਨ ਲਿਖ ਲਓ, ਆਪਣੀ ਇਕੁਏਸ਼ਨ ਆ ਗਈ r sin omega t minus kx plus r sin omega t plus kx plus phi। ठीक है, r दोनों चो कॉमन काट लेने, y आ गया r into sin of omega t minus kx plus sin of omega t plus kx plus phi। क्लियर इन्नी गल? Yes, sir. Yes. ਜਿਹੜੇ ਮੈਡੀਕਲ ਵਾਲੇ ਆ ਉਹ ਧਿਆਨ ਰੱਖਿਓ, ਨਾਨ ਮੈਡੀਕਲ ਵਾਲੇ ਨੇ ਬੜੀਆਂ ਚੀਜ਼ਾਂ ਨੇ। ਠੀਕ ਹੈ ਜੀ, ਤੁਹਾਨੂੰ ਇੱਥੇ ਫਾਰਮੂਲੇ ਦੋ ਕਿ ਯਾਦ ਵੀ ਰੱਖਣੇ ਪੈਣੇ। ਇੱਥੇ ਇੱਕ ਫਾਰਮੂਲਾ ਬਣਦਾ ਪਿਆ ਓਮੇਗਾ, ਇੱਥੇ ਜੇ ਮੈਂ ਪੜਾ ਇਹਨੂੰ sin c plus sin d, ਇੱਥੇ ਓਮੇਗਾ ਟੀ ਪਲੱਸ kx ਨਾ ਫਾਰਮੂਲਾ ਵਾ, ਇਧਰ ਓਮੇਗਾ ਟੀ ਮਾਈਨਸ kx ਨਾ। ਇਹ ਇੱਕ ਟ੍ਰਿਗਨੋਮੈਟਰੀ ਆਇਡੈਂਟੀਟੀ ਆ ਜਾਂਦੀ ਆ sin c, ਇੱਥੇ ਆਇਡੈਂਟੀਟੀ ਆ ਜਾਣੀ sin c plus sin d। ਠੀਕ ਹੈ, cd ਫਾਰਮੂਲਾ ਸਾਡੇ ਕੋਲ ਆ ਜਾਂਦਾ, ਇਹਨੂੰ ਅਸੀਂ ਲਿਖ ਸਕਦੇ 2 sin c plus d/2 into cos of c minus d/2। ਇੱਥੇ एंगल c ਤੇ d ਆ, ਸਾਡੇ एंगल ओमेगा t minus kx ਤੇ ਆ ਵਾਲੀ ਵੈਲਿਊ ਆ। क्या इना क्लियर आ? हाँ जी सर। Yes, sir. अप्लाई कर लो ਤੇ देयरफॉर ਸਾਡੇ ਕੋਲ y ਦੀ ਇਕੁਏਸ਼ਨ ਆ ਜਾਏਗੀ r into ਆਹੀ ਫਾਰਮੂਲਾ ਬਣਾ ਰਹੇ ਆ 2 sin, ਇੱਕ ਵਾਰੀ ਦੋਨੋਂ ਪਲੱਸ ਕਰਾ ਦਿਓ, ओमेगा t minus kx plus ओमेगा t plus kx plus phi over 2। ठीक है जी, आ c plus d/2 बन गया। इदां ही आगे कर लो cos of c minus d।
ठीक है, यानी अपने को आ जाएगा ओमेगा टी माइनस के एक्स माइनस करना ਇਹਦੇ ਵਿੱਚੋਂ ਆਪਾਂ, ठीक है जी, ओमेगा टी प्लस के एक्स प्लस 5/2। क्या इना क्लियर है? हाँ जी सर। Yes, sir. ਇਹਦੇ ਵਿੱਚੋਂ ਮੇਰੇ ਕੋਲ kx ਕੈਨਸਲ ਹੋ ਜਾਣਾ, ਠੀਕ ਹੈ ਜੀ, ਤੇ ਓਮੇਗਾ ਟੀ ਐਡ ਹੋ ਜਾਣਾ। ਇਹਦੇ ਵਿੱਚੋਂ ਚੱਲਾਂਗੇ ਤੇ ਓਮੇਗਾ ਟੀ ਆਪਣਾ ਕੈਨਸਲ ਹੋ ਜਾਣਾ ਤੇ kx ਵਾਲੀ ਟਰਮ ਸਾਡੀ ਐਡ ਹੋ ਜਾਣੀ, ਯਾਨੀ ਆਪਣੇ ਕੋਲ ਇਕੁਏਸ਼ਨ ਬਣ ਗਈ, ਠੀਕ ਹੈ। ਐਸ ਸੱਚ ਆ ਐਂਗਲ ਦੇ ਅੰਦਰ 2 ਆ, ਠੀਕ ਹੈ, ਆ 2 ਆਪਣਾ ਵੈਸੇ ਹੀ ਬਾਹਰ ਆ, ਇਹਨੂੰ ਬਾਹਰ ਕੱਢ ਦਿਓ। 2r into sin of ਇੱਥੇ ਆ ਗਿਆ 2 ਓਮੇਗਾ टी plus 5/2 इन्नी टर्म आ जाएगी। और इधरों चलना ते cos ऑफ, ये तो cos ऑफ अपने को जेडी टर्म बनती पई लिख दियो -2kx, ठीक है जी, माइनस π/2 इन्नी टर्म आ जाओ। क्या इना क्लियर? इना क्लियर है? Yes, sir. Yes, sir. हाँ जी सर। सिंपलीफाई कर दियो, अपने को टर्म आ गई 2r sin ऑफ ओमेगा टी प्लस 5/2, ठीक है, 2r sin ऑफ ओमेगा टी प्लस 5/2। 2 इधर आपस कैंसिल कर लो, इधर थले 2 ले लो, और इधरों चलिए तो अपने को आ गया cos ऑफ माइनस kx, ठीक है जी, माइनस π/2। इना क्लियर है? Yes, sir. Yes, sir. ये आप टर्म लिख लिए, ठीक है, इना चो माइनस कॉमन कर लो ते बाहर रख लो, ठीक है। अपनी y दी इक्वेशन बन गई -2r, नहीं, cos माइनस थीटा कितना होता जी? Cos theta. cos theta, बा फिर वो प्रॉपर्टी लग जानी, मैं एक चीज इत्थे गलत बोलने लग गया सी। cos माइनस थीटा साडा प्लस cos थीटा आ जाना, ਇਹਦਾ मतलब माइनस ਜਿਹੜੀ ਇਹਦੇ ਅੰਦਰ ਆਂਦੀ ਪਈ ਆ ਉਹਨੇ ਇਹਨੂੰ ਪਲੱਸ ਹੀ ਬਣਾ ਦੇਣਾ, Hanji, sir. ठीक है। ਇਹਦਾ मतलब ਜੇ ਆਪਾਂ ਇਹਨੂੰ ਲਿਖੀਏ ਤੇ ਮਾਈਨਸ ਦੀ ਲੋੜ ਨਹੀਂ ਪਏਗੀ। 2r sin of omega t plus 5/2 into cos of kx plus 5/2। क्या इना क्लियर है? Yes, sir. Yes, sir. Yes, sir. ਚਲੋ ਹੁਣ ਜੇ ਇਤੋਂ ਚੱਲੀਏ ਤੇ ਹੁਣ ਇੱਥੇ ਇੱਕ ਗੱਲ ਸਮਝੋ ਧਿਆਨ ਨਾਲ, ਜਿੱਥੋਂ ਆਪਾਂ ਸ਼ੁਰੂ ਕੀਤਾ ਸੀਗਾ ਉਹਦੇ 'ਚ ਆਪਾਂ ਦਿਖਾਇਆ ਕਿ ਵੀ ਆਪਣੇ ਕੋਲ ਫਰਸਟ ਵੇਵ ਦੀ ਇੱਕ ਫਰਸਟ ਤੇ ਸੈਕਿੰਡ ਦੋਨਾਂ ਵੇਵ ਦੀ ਇੱਕ ਡਿਸਪਲੇਸਮੈਂਟ ਦੀ ਟਰਮ ਆ, ਇੱਕ ਉਹਨਾਂ ਦੇ ਆਪਣੇ ਐਂਪਲੀਟਿਊਡ ਦੀ ਟਰਮ ਆ, ਇੱਕ ਉਹਨਾਂ ਦੇ ਸਾਈਨ ਦੇ ਐਂਗਲ ਦੀ ਟਰਮ ਆਈ। ਜਦੋਂ ਮੈਂ ਇਹ ਦੋ ਵੇਵ ਆਪਸ 'ਚ ਐਡ ਕੀਤੀਆਂ, ਐਡ ਕਰਕੇ ਅਸੀਂ ਕਿਹਾ ਜੀ ਸਾਡੀ ਇੱਕ ਨਵੀਂ ਵੇਵ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਗਈ। ਨਵੀਂ ਵੇਵ ਦੀ ਡਿਸਪਲੇਸਮੈਂਟ y ਨਾਲ ਆ ਗਈ, ਨਵੀਂ ਵੇਵ ਦੀ ਡਿਸਪਲੇਸਮੈਂਟ y ਨਾਲ ਆ ਗਈ। ਹੁਣ ਇਸ ਥਾਂ ਤੇ ਇੱਕ ਟਰਮ ਨਵੀਂ ਬਣੀ ਵੇਵ ਦਾ ਐਂਪਲੀਟਿਊਡ ਬਣੇਗੀ, ਔਰ ਇੱਕ ਟਰਮ ਮੇਰੇ ਕੋਲ ਨਵੀਂ ਵੇਵ ਬਣੀ ਜਿਹੜੀ ਆ ਉਹਦਾ ਐਂਪਲੀਟਿਊਡ ਦੇ ਨਾਲ ਨਾਲ ਉਹਦੇ ਫੇਸ ਐਂਗਲ ਨੂੰ ਸ਼ੋ ਆਫ ਕਰੋ। ਕਿਆ ਇੰਨੀ ਗੱਲ ਸਮਝ ਲੱਗਦੀ ਪਈ? Yes, sir. Yes, sir. yes sir, ਚਲੋ ਹੁਣ ਇਹਨੂੰ ਆਪਾਂ ਇਸ ਤੋਂ ਅੱਗੇ ਇਹਦੇ ਸਿਰਫ ਇੰਨੀ ਗੱਲ ਦੱਸਣ ਲੱਗੇ ਕਿ ਜਦੋਂ ਇਹਨੂੰ ਮੈਂ ਰੀਅਰੇਂਜ ਕਰਾਂਗਾ ਤੇ y = 2r into cos of kx plus 5/2 into sin of omega t plus 5/2। ਆ ਮੇਰੇ ਕੋਲ ਐਸਐਚ ਜਿਹੜੀ ਇਕੁਏਸ਼ਨ ਬਣ ਗਈ ਨਾ, ਇਹ ਦੋ ਵੇਵ ਨੂੰ ਐਡ ਕਰਾ ਕੇ ਬਣਾਈ, ਉਹਦੇ ਵਿੱਚ ਆ ਜਿੰਨੀ ਟਰਮ ਨੂੰ ਮੈਂ ਅੰਡਰਲਾਈਨ ਕਰਦਾ ਪਿਆ, ਇੰਨੀ ਟਰਮ ਮੇਰੀ ਨਵੀਂ ਬਣੀ ਵੇਵ ਦਾ ਐਂਪਲੀਟਿਊਡ ਬਣ ਜਾਏਗੀ। ਕਿਉਂਕਿ ਉੱਪਰ ਅਸੀਂ ਇਕੁਏਸ਼ਨ ਜਿਹੜੀ ਆ ਜਦੋਂ ਸਾਈਨ 'ਚ ਦਿਖਾਈ ਆ ਤੇ ਇਹਨੂੰ ਸਾਈਨ ਫਾਰਮ ਆਪਾਂ ਦਿੱਤੀ ਆ, ਇਹਦੇ ਵਿੱਚ ਅਸੀਂ ਕਿਹਾ ਜੀ ਸਾਈਨ ਵਾਲੀ ਟਰਮ ਨੂੰ ਛੱਡ ਕੇ ਬਾਕੀ ਜੋ ਨਾਲ ਲੱਗਿਆ ਹੋਇਆ ਇਹ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਬਣ ਜਾਵੇ, ਠੀਕ ਹੈ। ਆ ਰਿਜ਼ਲਟੈਂਟ ਵੇਵ ਦੀ ਡਿਸਪਲੇਸਮੈਂਟ ਆ ਗਈ, ਇਹ ਰਿਜ਼ਲਟੈਂਟ ਵੇਵ ਦਾ ਐਂਪਲੀਟਿਊਡ ਬਣ ਜੇ, ਇਹ ਰਿਜ਼ਲਟੈਂਟ ਵੇਵ ਦੀ ਮੇਰੇ ਕੋਲ ਜਿਹੜੀ ਐਸਐਚ ਸਾਈਨ ਐਂਗਲ ਨੂੰ ਜਸਟੀਫਾਈ ਕਰ ਦੋ। ਇਹਦੋਂ ਆਪਾਂ ਇੱਕ ਵਰਡ ਨਾਲ ਕਨਕਲੂਡ ਕਰਨ ਲੱਗੇ, ਇਹਦੇ ਨਾਲ ਸੁਪਰਪੋਜੀਸ਼ਨ ਪ੍ਰਿੰਸੀਪਲ ਦੇ ਅੰਦਰ ਆ ਕੇ ਅਸੀਂ ਕੀ ਕਰਾਂਗੇ, ਜਦੋਂ ਸਾਡੇ ਕੋਲ ਦੋ ਜਾਂ ਦੋ ਤੋਂ ਜ਼ਿਆਦਾ ਵੇਵਸ ਨੇ, ਅਸੀਂ ਉਹਨਾਂ ਨੂੰ ਮੈਥਮੈਟਿਕਲੀ ਐਡ ਕਰਕੇ ਇੱਕ ਰਿਜ਼ਲਟੈਂਟ ਵੇਵ ਬਣਾਣੀ ਆ, ਜਿਹਦੀ ਇਕੁਏਸ਼ਨ ਅਸੀਂ ਕਿਤੇ ਨਾ ਕਿਤੇ ਕਹਿੰਦਾ ਜੀ ਇਸ ਵੇ ਨਾਲ ਕੁਝ ਡਿਵੈਲਪ ਕਰਨੀ ਆ, ਇਹਨੂੰ ਅਸੀਂ ਕਹਿੰਦੇ ਕਿ ਅਸੀਂ ਸੁਪਰਪੋਜੀਸ਼ਨ ਪ੍ਰਿੰਸੀਪਲ ਅਪਲਾਈ ਕਰ ਦਿੱਤਾ। ਕਿਆ ਇੰਨੀ ਗੱਲ ਸਮਝ ਆਈ? Yes, sir. Yes, sir.
sir.